सत श्री अकाल जी साਰਿਆਂ ਨੂੰ ਸਟੱਡੀ ਅਤੇ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਪੰਜਾਬ ਪੁਲਿਸ ਦੀ ਭਰਤੀ ਸੰਬੰਧੀ ਸਾਰੇ ਡਾਊਟ ਕਲੀਅਰ ਹੋ ਜਾਣਗੇ। ਬਹੁਤ ਸਾਰੇ ਸਟੂਡੈਂਟ ਬਾਹਰ ਕਮੈਂਟ ਕਰਕੇ ਪੁੱਛਦੇ ਸਨ ਕਿ ਏਜ 18 ਤੋਂ 28 ਸਾਲ ਸੀ ਜਿਹੜੀ ਉਹ 32 ਸਾਲ ਹੋ ਗਈ ਹੈ ਜਾਂ 27 ਸਾਲ ਹੋ ਗਈ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਮੈਂ ਤੁਹਾਨੂੰ ਸਾਰੀ ਡਿਟੇਲ ਵਿੱਚ ਜਾਣਕਾਰੀ ਇਸ ਵਿੱਚ ਦੇਵਾਂਗਾ ਕਿ ਜਿਹੜੀ ਏਜ ਹੈ ਉਹ 18 ਤੋਂ 28 ਸਾਲ ਸੀ ਜੋ ਪੰਜਾਬ ਸਰਕਾਰ ਦੁਆਰਾ ਦੱਸਿਆ ਗਿਆ ਸੀ ਉਹ ਬਿਲਕੁਲ 18 ਤੋਂ 28 ਸਾਲ ਹੀ ਹੈ। ਨਾ ਹੀ ਉਹ ਘੱਟ ਕੇ 27 ਹੋਈ ਹੈ ਅਤੇ ਨਾ ਹੀ ਵੱਧ ਕੇ 32 ਹੋਈ ਹੈ। ਅੱਜ ਦੀ ਡੇਟ ਤੱਕ ਜਿਹੜਾ ਅਪਡੇਟ ਹੈ ਉਹ 18 ਤੋਂ 28 ਸਾਲ ਤੱਕ ਦਾ ਹੀ ਹੈ। ਭਾਵ ਕਿ ਪੰਜਾਬ ਪੁਲਿਸ ਵਿੱਚ ਕਿਸੇ ਵੀ ਵਿੰਗ ਵਿੱਚ ਕੋਈ ਵੀ ਭਰਤੀ ਹੁੰਦੀ ਹੈ, ਚਾਹੇ ਇੰਟੈਲੀਜੈਂਸ, ਚਾਹੇ ਆਰਮਡ, ਚਾਹੇ ਡਿਸਟ੍ਰਿਕਟ ਕੈਡਰ ਦੀ, ਸਾਰੇ ਹੀ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੋਨਾਂ ਲਈ ਜਿਹੜੀ ਜਨਰਲ ਕੈਟਾਗਰੀ ਦੀ ਏਜ ਹੈ ਉਹ 18 ਤੋਂ 28 ਸਾਲ ਹੀ ਹੈ। ਅਤੇ ਉਸ ਤੋਂ ਇਲਾਵਾ SC BC ਨੂੰ ਜਿਹੜੀ 5 ਸਾਲ ਦੀ ਰਿਲੈਕਸੇਸ਼ਨ ਮਿਲਦੀ ਹੈ ਉਹਨਾਂ ਦੀ 33 ਤੱਕ ਹੋ ਜਾਂਦੀ ਹੈ, ਠੀਕ ਹੈ। ਅਤੇ ਜਾਂ ਫਿਰ ਜਿਹੜੇ ਪਹਿਲਾਂ ਹੀ ਸਰਕਾਰੀ ਕਰਮਚਾਰੀ ਹਨ ਉਹਨਾਂ ਦੀ ਜਿਹੜੀ 35 ਸਾਲ ਤੱਕ ਦੀ ਏਜ ਹੁੰਦੀ ਹੈ, ਠੀਕ ਹੈ। ਇਸ ਤੋਂ ਇਲਾਵਾ ਹੋਰ ਕੋਈ ਅਪਡੇਟ ਨਹੀਂ ਆਇਆ ਹੈ ਏਜ ਦੇ ਘਟਣ ਜਾਂ ਵਧਣ ਦਾ। ਪੂਰੀ ਵੀਡੀਓ ਧਿਆਨ ਨਾਲ ਸੁਣਿਓ। ਤੁਹਾਨੂੰ ਕੱਲਾ ਡਾਊਟ ਜਿਹੜਾ ਉਹ ਪੰਜਾਬ ਪੁਲਿਸ ਦੀ ਭਰਤੀ ਸੰਬੰਧੀ ਕਿੰਨੀ ਉਮਰ ਹੋਵੇਗੀ, ਕਿੰਨੀ ਦੌੜ ਹੋਵੇਗੀ, ਕਿੰਨੀ ਲੰਬੀ ਛਾਲ, ਉੱਚੀ ਛਾਲ, ਸਾਰੇ ਹੀ ਵਿੰਗਾਂ ਦੀ ਸਾਰੀ ਡਿਟੇਲ ਵਿੱਚ ਜਿਹੜਾ ਉਹ ਕਲੀਅਰ ਹੋ ਜਾਵੇਗਾ, ਠੀਕ ਹੈ। ਜੇਕਰ ਤੁਸੀਂ ਪੰਜਾਬ ਪੁਲਿਸ ਦੇ ਕਿਸੇ ਵੀ ਵਿੰਗ ਵਿੱਚ ਭਰਤੀ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਅਤੇ ਤੁਹਾਡੇ ਲਿੰਕ ਵਿੱਚ ਜੋ ਹਨ ਜਿਹੜੇ ਦੇਖਣਾ ਚਾਹੁੰਦੇ ਹਨ ਕਿਸੇ ਵੀ ਵਿੰਗ ਦੀ ਹੋਵੇ ਚਾਹੇ, ਉਹਨਾਂ ਤੱਕ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹਨਾਂ ਨੂੰ ਸਾਰੇ ਡਾਊਟ ਕਲੀਅਰ ਹੋ ਜਾਣ ਅਤੇ ਉਹਨਾਂ ਨੂੰ ਸਹੀ ਅਤੇ ਸਟੀਕ ਜਿਹੜੀ ਜਾਣਕਾਰੀ ਹੈ ਉਹਨਾਂ ਨੂੰ ਮਿਲ ਜਾਵੇ। ਇਸ ਤੋਂ ਇਲਾਵਾ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ, ਉੱਥੋਂ ਉਹਨਾਂ ਨੂੰ ਜੁਆਇਨ ਕਰ ਲਿਓ। ਚਲੋ ਹੁਣ ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ, ਜਿਵੇਂ ਕਿ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਕਿ ਜਿੰਨੀਆਂ ਵੀ ਪੰਜਾਬ ਪੁਲਿਸ ਜਿਹੜੀਆਂ ਭਰਤੀਆਂ ਆਉਣੀਆਂ ਹਨ ਇਹਨਾਂ 6 ਵਿੰਗਾਂ ਵਿੱਚ ਜਿਹੜੀਆਂ ਪੰਜਾਬ ਪੁਲਿਸ ਦੀਆਂ ਭਰਤੀਆਂ ਉਹ ਜਿਹੜੀਆਂ ਹੋਣੀਆਂ ਹਨ, ਠੀਕ ਹੈ। ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖਿਓ। ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਵੇਗੀ ਕਿਉਂਕਿ ਬਹੁਤ ਸਾਰੇ ਸਟੂਡੈਂਟ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹਨ ਕਿ ਕਿਹੜੇ ਵਿੰਗ ਵਿੱਚ ਕਿਸ ਤਰ੍ਹਾਂ ਦੀ ਨੌਕਰੀ ਹੁੰਦੀ ਹੈ ਅਤੇ ਕਿਹੜੇ ਵਿੰਗ ਵਿੱਚ ਕੀ ਕੁਝ ਹੁੰਦਾ ਹੈ ਅਤੇ ਕੀ ਤੁਹਾਡੀ ਰਿਕੁਆਇਰਮੈਂਟ ਹੋਵੇਗੀ, ਕਿੰਨੀ ਉਮਰ ਹੋਵੇਗੀ, ਕਿੰਨੀ ਯੋਗਤਾ ਹੋਵੇਗੀ। ਤੁਹਾਨੂੰ ਸਾਰਾ ਕੁਝ ਡਿਟੇਲ ਵਿੱਚ ਮੈਂ ਇਸ ਵੀਡੀਓ ਵਿੱਚ ਦੱਸਾਂਗਾ, ਇਸ ਲਈ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ। ਵੀਡੀਓ ਬਿਲਕੁਲ ਵੀ ਸਕਿਪ ਨਾ ਕਰਿਓ। ਸਭ ਤੋਂ ਪਹਿਲਾਂ ਦੇਖੋ ਆਪਣੇ ਕੋਲ ਡਿਸਟ੍ਰਿਕਟ ਕੈਡਰ ਹੈ, ਜ਼ਿਲ੍ਹੇ ਦੀ ਭਰਤੀ ਹੋਵੇਗੀ ਜਿੱਥੇ ਜ਼ਿਲ੍ਹੇ ਦੀ, ਠੀਕ ਹੈ। ਜ਼ਿਲ੍ਹੇ ਦੀ ਭਰਤੀ ਹੋਵੇਗੀ ਮਤਲਬ ਜ਼ਿਲ੍ਹੇ ਵਿੱਚ ਰਹਿ ਕੇ ਹੀ ਡਿਊਟੀ ਕਰਨੀ ਹੋਵੇਗੀ। ਡਿਸਟ੍ਰਿਕਟ ਕੈਡਰ ਦੀ ਭਰਤੀ ਵਿੱਚ ਦੋ ਤਰ੍ਹਾਂ ਦੇ ਰੈਂਕਾਂ 'ਤੇ ਭਰਤੀ ਹੁੰਦੀ ਹੈ, ਕਾਂਸਟੇਬਲ ਅਤੇ ਸਬ ਇੰਸਪੈਕਟਰ। ਦੋਹਾਂ ਨੇ ਜ਼ਿਲ੍ਹਿਆਂ ਵਿੱਚ ਵੀ ਰਹਿ ਕੇ ਡਿਊਟੀ ਕਰਨੀ ਹੁੰਦੀ ਹੈ, ਭਾਵ ਕਿ ਚੌਂਕੀਆਂ, ਥਾਣਿਆਂ, ਜੋ ਲੋਕਲ ਨਾਕਿਆਂ ਉੱਤੇ ਜਾਂ ਫਿਰ ਲੋਕਲ ਜੋ ਵੀ ਟ੍ਰੈਫਿਕ ਦੀ ਡਿਊਟੀ ਹੁੰਦੀ ਹੈ, ਇਸ ਤਰ੍ਹਾਂ ਦੀ ਜਿਹੜੀ ਲੋਕਲ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਜੋ ਡਿਊਟੀ ਹੁੰਦੀ ਹੈ ਉਹ ਡਿਸਟ੍ਰਿਕਟ ਕੈਡਰ ਵਿੱਚ ਭਰਤੀ ਹੋਣ ਵਾਲੇ ਕਾਂਸਟੇਬਲ ਅਤੇ ਸਬ ਇੰਸਪੈਕਟਰ ਜਿਹੜੇ ਉਹ ਕਰਦੇ ਹਨ, ਠੀਕ ਹੈ। ਅਤੇ ਸਭ ਤੋਂ ਵੱਡੀ ਜਿਹੜੀ ਭਰਤੀ ਹੁੰਦੀ ਹੈ ਉਹ ਡਿਸਟ੍ਰਿਕਟ ਕੈਡਰ ਦੇ ਹੀ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੀ ਹੁੰਦੀ ਹੈ, ਜਿਸ ਵਿੱਚ ਕਿ ਤਕਰੀਬਨ ਤੁਹਾਡੀਆਂ 6 ਤੋਂ 7,000 ਪੋਸਟਾਂ ਜਿਹੜੀਆਂ ਹੋਣਗੀਆਂ ਇਹਨਾਂ ਦੋਨਾਂ ਦੀਆਂ ਹੀ, ਠੀਕ ਹੈ। ਸਭ ਤੋਂ ਵੱਡੀ ਭਰਤੀ ਇਹਨਾਂ ਦੀ ਹੁੰਦੀ ਹੈ ਡਿਸਟ੍ਰਿਕਟ ਕੈਡਰ। ਅਤੇ ਦੂਜੇ ਨੰਬਰ 'ਤੇ ਗੱਲ ਕਰਦੇ ਹਾਂ ਆਪਾਂ ਆਰਮਡ ਅਤੇ PAB IRB ਕਮਾਂਡੋ। ਇਹ ਸਾਰੀਆਂ ਦੀ ਕੰਬਾਈਨਡ ਹੀ ਆ ਜਾਂਦਾ ਹੈ, ਠੀਕ ਹੈ। ਇਹ ਦੋਹੇ ਜਿਹੜੀਆਂ ਭਰਤੀਆਂ ਡਿਸਟ੍ਰਿਕਟ ਕੈਡਰ ਅਤੇ ਆਰਮਡ PAB ਕਮਾਂਡੋ, ਇਹਨਾਂ ਸਾਰਿਆਂ ਦੀ ਜਿਹੜੀ ਇਕੱਠੀ ਹੀ ਭਰਤੀ ਜਿਹੜੀ ਉਹ ਇੱਕ ਹੀ ਪ੍ਰੋਸੈਸ ਵਿੱਚ ਹੁੰਦੀ ਹੈ। ਇਹ ਆਰਮਡ PAB IRB ਕਮਾਂਡੋ ਇਹ ਸਾਰੀਆਂ ਹੀ ਪੰਜਾਬ ਪੁਲਿਸ ਦੇ ਅਲੱਗ-ਅਲੱਗ ਵਿੰਗ ਬਣਾਏ ਹੋਏ ਹਨ ਜਿਹੜੇ ਕਿ ਰਿਜ਼ਰਵ ਫੋਰਸ ਦੀ ਤੌਰ 'ਤੇ ਕੰਮ ਕਰਦੇ ਹਨ, ਠੀਕ ਹੈ। ਇਹ ਜਿਹੜੀਆਂ ਵੀ ਇਹਨਾਂ ਵਿੰਗਾਂ ਵਿੱਚ ਜਿਹੜੇ ਭਰਤੀ ਹੁੰਦੇ ਹਨ, ਚਾਹੇ ਕਾਂਸਟੇਬਲ ਹੋਵੇ ਚਾਹੇ ਸਬ ਇੰਸਪੈਕਟਰ, ਉਹਨਾਂ ਨੂੰ ਇੱਕ ਜਗ੍ਹਾ ਜਿੱਥੇ ਇਹਨਾਂ ਦਾ ਹੈੱਡਕੁਆਟਰ ਬਣਿਆ ਹੋਇਆ ਹੁੰਦਾ ਹੈ ਉੱਥੇ ਇਹਨਾਂ ਨੂੰ ਰਿਜ਼ਰਵ ਰਹਿ ਕੇ ਮਤਲਬ ਕਿ ਡਿਊਟੀ ਕਰਨੀ ਹੁੰਦੀ ਹੈ। ਵੀਡੀਓ ਦੇ ਲਾਸਟ ਵਿੱਚ ਇਹਨਾਂ ਸਾਰੇ ਵਿੰਗਾਂ ਬਾਰੇ ਡਿਟੇਲ ਵਿੱਚ ਮੈਂ ਇੱਕ ਥੋੜ੍ਹਾ ਜਿਹਾ ਬਣਾਇਆ ਹੋਇਆ, ਉਸ ਨੂੰ ਜ਼ਰੂਰ ਦੇਖ ਲਿਓ ਤਾਂ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ PAB IRB ਕਮਾਂਡੋ ਕਿੱਥੇ ਇਹਨਾਂ ਦਾ ਹੈੱਡਕੁਆਟਰ ਹੈ ਅਤੇ ਕਿਵੇਂ ਕਿਵੇਂ ਇਹਨਾਂ ਦੀ ਡਿਊਟੀ ਹੈ, ਠੀਕ ਹੈ। ਹੁਣ ਗੱਲ ਕਰਦੇ ਇਹਨਾਂ ਵਿੰਗਾਂ ਦੀ। ਇਹਨਾਂ ਵਿੰਗਾਂ ਵਿੱਚ ਵੀ ਆਰਮਡ PAB ਅਤੇ ਕਮਾਂਡੋ ਤਿੰਨਾਂ ਵਿੰਗਾਂ ਵਿੱਚ ਵੀ ਸੇਮ ਟੂ ਸੇਮ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੋਹੇ ਰੈਂਕਾਂ ਦੀ ਜਿਹੜੀਆਂ ਭਰਤੀਆਂ ਉਹ ਹੁੰਦੀਆਂ ਹਨ। ਅੱਗੇ ਗੱਲ ਕਰਦੇ ਹਾਂ ਤੀਜੇ ਨੰਬਰ 'ਤੇ ਇੰਟੈਲੀਜੈਂਸ ਵਿੰਗ, ਜਿਸ ਨੂੰ ਕਿ CID ਖੂਫੀਆ ਵਿਭਾਗ ਵੀ ਕਹਿ ਦਿੱਤਾ ਜਾਂਦਾ ਹੈ। ਇੰਟੈਲੀਜੈਂਸ ਦੇ ਵੀ ਅੱਗੇ 2-3 ਜਿਹੜੇ ਪਾਰਟ ਬਣੇ ਹੋਏ ਹਨ, CI, CID ਅਤੇ INT। ਇਸ ਤਿੰਨਾਂ ਪਾਰਟਾਂ ਦੀ ਜਿਹੜੀ ਭਰਤੀ ਹੈ ਇਕੱਠੀ ਇੰਟੈਲੀਜੈਂਸ ਵਿੰਗ ਵਿੱਚ ਹੀ ਜਿਹੜੀ ਨਿਕਲਦੀ ਹੈ। ਇੰਟੈਲੀਜੈਂਸ ਵਿੰਗ ਵਿੱਚ ਵੀ ਸਬ ਇੰਸਪੈਕਟਰ ਅਤੇ ਕਾਂਸਟੇਬਲ ਰੈਂਕ ਦੀ ਜਿਹੜੀ ਭਰਤੀ ਹੁੰਦੀ ਹੈ। ਕਾਂਸਟੇਬਲ ਨੂੰ ਇੰਟੈਲੀਜੈਂਸ ਵਿੱਚ IA ਕਹਿੰਦੇ ਹਨ, ਇੰਟੈਲੀਜੈਂਸ ਅਸਿਸਟੈਂਟ, ਅਤੇ ਸਬ ਇੰਸਪੈਕਟਰ ਨੂੰ ਇੰਟੈਲੀਜੈਂਸ ਵਿੱਚ IO ਕਹਿੰਦੇ ਹਨ, ਇੰਟੈਲੀਜੈਂਸ ਆਫੀਸਰ, ਠੀਕ ਹੈ। ਇੰਟੈਲੀਜੈਂਸ ਵਿੱਚ ਭਰਤੀ ਹੋਣ ਲਈ ਚਾਹੇ ਸਬ ਇੰਸਪੈਕਟਰ ਹੋਵੇ ਚਾਹੇ ਕਾਂਸਟੇਬਲ, ਦੋਹਾਂ ਨੂੰ ਜਨਰਲ ਦੇ ਲਈ 18 ਤੋਂ 28 ਸਾਲ ਦੀ ਉਮਰ ਹੁੰਦੀ ਹੈ ਅਤੇ ਦੋਹਾਂ ਹੀ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੀ ਕੁਆਲੀਫਿਕੇਸ਼ਨ ਜਿਹੜੀ ਗ੍ਰੈਜੂਏਸ਼ਨ ਪਲੱਸ ਕੰਪਿਊਟਰ ਸਰਟੀਫਿਕੇਟ ਜਿਹੜਾ ਕਿਸੇ ਵੀ ਸਟਰੀਮ 'ਚ ਕੀਤਾ ਹੋਇਆ ਹੋਣਾ ਲਾਜ਼ਮੀ ਹੁੰਦਾ ਹੈ, ਠੀਕ ਹੈ। ਅੱਗੇ ਗੱਲ ਕਰਦੇ ਹਾਂ ਚੌਥਾ ਵਿੰਗ ਜਿਹੜਾ IT&T ਵਿੰਗ, ਜਿਸ ਨੂੰ ਕਿ ਵਾਇਰਲੈਸ ਆਪਰੇਟਰ ਵਿੰਗ ਵੀ ਕਹਿੰਦੇ ਹਨ। ਇਸ ਵਿੰਗ ਵਿੱਚ ਕਾਂਸਟੇਬਲ, ਸਬ ਇੰਸਪੈਕਟਰ ਅਤੇ ਵਾਇਰਲੈਸ ਆਪਰੇਟਰ ਜਿਹੜੇ ਅਲੱਗ ਤੋਂ ਉਹਨਾਂ ਦੀ ਭਰਤੀ ਹੁੰਦੀ ਹੈ। ਇਹ ਵਿੰਗ ਜਿਹੜਾ ਕਿ ਪੰਜਾਬ ਪੁਲਿਸ ਦੇ ਜਿਹੜਾ ਵਾਇਰਲੈਸ ਵਾਲਾ ਸਿਸਟਮ ਦੇਖਦਾ ਹੈ, ਭਾਵ ਕਿ ਜਦੋਂ ਇੱਕ ਥਾਣੇ ਤੋਂ ਦੂਜੇ ਥਾਣੇ ਵਿੱਚ ਜਾਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਜੋ ਸੂਚਨਾ ਗੁਪਤ ਰੂਪ ਵਿੱਚ ਭੇਜਣੀ ਹੁੰਦੀ ਹੈ, ਇਹ ਇੱਕ ਵਾਇਰਲੈਸ ਸੈਟਅਪ ਤਿਆਰ ਕੀਤਾ ਹੋਇਆ ਹੁੰਦਾ ਹੈ
ਜਿਸ ਸੈਟਅਪ ਜਰੀਏ ਹੀ ਸਾਰੀ ਸੂਚਨਾ ਜਿਹੜੀ ਇੱਕ ਦੂਜੇ ਨੂੰ ਦਿੱਤੀ ਜਾਂਦੀ ਹੈ। ਜਿਵੇਂ ਕਿ ਤੁਸੀਂ ਦੇਖਿਆ ਹੋਣਾ, ਕਈ ਵਾਰੀ PCR ਮੁਲਾਜ਼ਮ ਕਿਸੇ ਕੋਲ ਵਾਕੀ ਟਾਕੀ ਫੜਿਆ ਹੁੰਦਾ ਹੈ, ਜੋ ਵਾਕੀ ਟਾਕੀ ਤੋਂ ਉਸ ਨੂੰ ਦੂਜੇ ਪਾਸੇ ਤੋਂ ਸੂਚਨਾ ਮਿਲਦੀ ਹੈ, ਉਹ ਵਾਇਰਲੈਸ ਜਿਹੜਾ ਆਪਰੇਟਰ ਹੁੰਦਾ ਹੈ ਉਹੀ ਉਸ ਨੂੰ ਭੇਜਦਾ ਹੈ। ਇਹ ਜਿਹੜੀ ਵਾਇਰਲੈਸ ਆਪਰੇਟਰ ਦੀ ਜੋਬ ਇਸ ਤਰ੍ਹਾਂ ਦੀ ਹੁੰਦੀ ਹੈ, ਠੀਕ ਹੈ। ਜੋ ਵੀ ਸੂਚਨਾ ਜਾਂ 100 ਨੰਬਰ 'ਤੇ ਜੋ ਕਾਲਸ ਵਗੈਰਾ ਆਉਂਦੀਆਂ ਹਨ, ਉਹਨਾਂ ਨੂੰ ਸੁਣ ਕੇ ਉਹਨਾਂ ਦੀ ਸੂਚਨਾ ਜਿਹੜੀ ਅੱਗੇ ਜੋ ਲੋਕਲ ਉੱਥੇ PCR ਵਗੈਰਾ 'ਤੇ ਤਾਇਨਾਤ ਹੈ ਉਸ ਨੂੰ ਉਸਦੀ ਸੂਚਨਾ ਦੇਣਾ ਹੁੰਦਾ ਹੈ, ਠੀਕ ਹੈ। ਅੱਗੇ ਹੈ ਬਿਊਰੋ ਆਫ ਇਨਵੈਸਟੀਗੇਸ਼ਨ ਵਿੰਗ। ਇਸ ਵਿੰਗ ਵਿੱਚ ਪਹਿਲੀ ਵਾਰ ਜਿਹੜੀ ਭਰਤੀ ਹੋ ਰਹੀ ਹੈ, ਨਵਾਂ ਵਿੰਗ ਬਣਿਆ ਹੈ, ਭਾਵ ਕਿ ਜੋ ਜ਼ਿਲ੍ਹਿਆਂ ਵਿੱਚ ਪੁਲਿਸ ਕੋਲ ਥਾਣਿਆਂ ਵਿੱਚ ਕੰਮ ਹੁੰਦਾ ਸੀ, ਉਹ ਸਾਰਾ ਦਾ ਸਾਰਾ ਕੰਮ ਹੁਣ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦੇ ਦਿੱਤਾ ਜਾਵੇਗਾ। ਜੋ ਵੀ ਤਫਤੀਸ਼ ਦਾ ਕੰਮ ਹੋਵੇ, ਜੋ ਵੀ ਇਸ ਤਰ੍ਹਾਂ ਦਾ ਕੰਮ ਹੈ, ਤਫਤੀਸ਼, ਕੋਈ ਕ੍ਰਾਈਮ ਫੜਨਾ, ਕੋਈ ਕੁਛ ਵੀ ਇੱਦਾਂ ਦਾ ਸਾਰਾ ਕੰਮ ਜਿਹੜਾ ਉਹ BOI ਨੂੰ ਦੇ ਦਿੱਤਾ ਜਾਊਗਾ। BOI 'ਚ ਪਹਿਲੀ ਵਾਰ ਭਰਤੀ ਹੋਣੀ ਹੈ। ਇਸ ਵਿੱਚ ਕਾਂਸਟੇਬਲ, ਪਹਿਲੀ ਵਾਰ ਇਸ ਵਿੱਚ ਹੌਲਦਾਰ ਦੀ ਵੀ ਭਰਤੀ ਹੋਣੀ ਹੈ ਡਾਇਰੈਕਟ। ਪਹਿਲਾਂ ਹੌਲਦਾਰ ਦੀ ਡਾਇਰੈਕਟ ਭਰਤੀ ਕਦੇ ਨਹੀਂ ਹੁੰਦੀ, ਠੀਕ ਹੈ। ਇਸ ਤੋਂ ਇਲਾਵਾ ਸਬ ਇੰਸਪੈਕਟਰ ਦੀ ਜਿਹੜੀ ਭਰਤੀ ਇਸ ਵਿੱਚ ਕੀਤੀ ਜਾਵੇਗੀ। ਅੱਗੇ ਹੈ ਸਾਈਬਰ ਕ੍ਰਾਈਮ ਦੀ ਭਰਤੀ, ਜੋ ਕਿ ਮੈਂ 2-3 ਦਿਨ ਪਹਿਲਾਂ ਹੀ ਤੁਹਾਨੂੰ ਵੀਡੀਓ ਪਾ ਕੇ ਦੱਸ ਚੁੱਕੇ ਹਾਂ ਕਿ ਸਾਈਬਰ ਕ੍ਰਾਈਮ ਵਿੱਚ IT ਜਿਹੜੇ ਮਾਹਿਰਾਂ ਦੀ ਭਰਤੀ ਕੀਤੀ ਜਾਣੀ ਹੈ, ਕਿਉਂਕਿ ਸਾਈਬਰ ਕ੍ਰਾਈਮ ਅੱਜ ਦੀ ਡੇਟ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਇਸ ਕਰਕੇ ਇਹ IT ਮਾਹਿਰਾਂ ਦੀ ਜਿਹੜੀ ਸਾਈਬਰ ਕ੍ਰਾਈਮ ਵਿੰਗ ਵਿੱਚ ਅਲੱਗ ਤੋਂ ਭਰਤੀ ਕੀਤੀ ਜਾਣੀ ਹੈ। ਇਸ ਵਿੱਚ ਬੇਸ਼ੱਕ ਕੰਪਿਊਟਰ ਨਾਲ ਜਿਨ੍ਹਾਂ ਨੇ ਡਿਗਰੀ ਕੀਤੀ ਹੋਵੇਗੀ ਉਹਨਾਂ ਨੂੰ ਹੀ ਬੈਨੀਫਿਟ ਮਿਲਣ ਵਾਲਾ ਹੈ, ਠੀਕ ਹੈ। ਹੁਣ ਗੱਲ ਕਰਦੇ ਹਾਂ ਸਿਪਾਹੀ ਅਤੇ ਸਬ ਇੰਸਪੈਕਟਰ, ਜਿਹੜੀਆਂ ਦੋਹੇ ਹੀ ਜ਼ਿਲ੍ਹੇ ਦੀ ਭਰਤੀ ਹੋਵੇ, ਚਾਹੇ ਆਰਮਡ, PAP, IRB ਕਮਾਂਡੋ ਕੋਈ ਵੀ ਹੋਵੇ, ਉਹਨਾਂ ਸਾਰਿਆਂ ਲਈ ਜਿਹੜੀ ਉਮਰ ਹੈ ਉਹ 18 ਤੋਂ 28 ਸਾਲ ਹੀ ਹੈ, ਠੀਕ ਹੈ। ਬਹੁਤ ਸਾਰੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲ ਰਹੀਆਂ ਹੋਣਗੀਆਂ ਕਿ ਏਜ ਵੱਧ ਗਈ ਘਟ ਗਈ, ਅਜਿਹਾ ਕੁਝ ਨਹੀਂ ਹੈ। ਜੋ ਉਮਰ ਸੀ 18 ਤੋਂ 28 ਸਾਲ ਹੀ ਹੈ, ਚਾਹੇ ਕਾਂਸਟੇਬਲ ਹੋਵੇ, ਚਾਹੇ ਸਬ ਇੰਸਪੈਕਟਰ ਹੋਵੇ, ਚਾਹੇ ਇੰਟੈਲੀਜੈਂਸ, ਚਾਹੇ ਜ਼ਿਲ੍ਹਾ, ਚਾਹੇ ਕਮਾਂਡੋ, ਕੁਛ ਤਰ੍ਹਾਂ ਦੀ ਵੀ ਭਰਤੀ ਹੋਣੀ ਹੈ। 18 ਤੋਂ 28 ਸਾਲ ਹੀ ਹੈ, ਨਾ ਵਧੀ ਹੈ ਨਾ ਘਟੀ ਹੈ। ਬਾਕੀ ਜੇ ਕੋਈ ਅਪਡੇਟ ਆਉਂਦਾ ਹੈ ਤਾਂ ਤੁਹਾਨੂੰ ਨਾਲ ਦੀ ਨਾਲ ਦੱਸ ਦੇਵਾਂਗਾ, ਪਰੰਤੂ ਅੱਜ ਦੀ ਡੇਟ ਤੱਕ ਜਿਹੜੀ ਉਮਰ ਹੈ ਉਹ 18 ਤੋਂ 28 ਸਾਲ ਹੀ ਹੈ, ਠੀਕ ਹੈ। ਅਤੇ ਅੱਗੇ ਗੱਲ ਕਰਦੇ ਹਾਂ ਉਹਨਾਂ ਦੀ ਕੁਆਲੀਫਿਕੇਸ਼ਨ ਦੀ। ਕੁਆਲੀਫਿਕੇਸ਼ਨ ਜਿਹੜੀ ਸਿਪਾਹੀ ਦੀ ਯੋਗਤਾ ਲਈ +2 ਹੋਵੇਗੀ ਅਤੇ ਸਬ ਇੰਸਪੈਕਟਰ ਦੀ ਲਈ ਇਸ ਵਿੱਚ ਗ੍ਰੈਜੂਏਸ਼ਨ ਹੋਵੇਗੀ। ਗ੍ਰੈਜੂਏਸ਼ਨ ਕੋਈ ਵੀ ਹੋ ਸਕਦੀ ਹੈ, BA, BCom, BCA, BBA, BTech ਵਗੈਰਾ ਕੋਈ ਵੀ ਗ੍ਰੈਜੂਏਸ਼ਨ ਜਿਹੜੀ ਹੋ ਸਕਦੀ ਹੈ, ਪਰੰਤੂ ਕਾਂਸਟੇਬਲ ਜਿਹੜੀ ਇਸ ਵਿੱਚ ਕੁਆਲੀਫਿਕੇਸ਼ਨ ਹੈ ਉਹ +2 ਹੀ ਹੋਵੇਗੀ, ਠੀਕ ਹੈ। ਹੁਣ ਅੱਗੇ ਹੈ ਆਪਣੇ ਕੋਲ ਜੋ ਡਿਸਟ੍ਰਿਕਟ ਕੈਡਰ ਵਿੱਚ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੋਹਾਂ ਦੀ ਭਰਤੀ ਹੁੰਦੀ ਹੈ, ਉਹਨਾਂ ਦੇ ਮੇਲਸ ਕੈਂਡੀਡੇਟ ਦੇ ਲਈ ਫਿਜ਼ੀਕਲ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਦੇਖੋ 1600 ਮੀਟਰ ਦੀ ਰੇਸ ਹੁੰਦੀ ਹੈ, 6 ਮਿੰਟ 30 ਸੈਕਿੰਡ ਵਿੱਚ ਜਿਹੜੀ ਕਿ ਤੁਸੀਂ ਪੂਰੀ ਕਰਨੀ ਹੁੰਦੀ ਹੈ। ਇਸ ਦੇ ਲਈ ਕੇਵਲ ਇੱਕ ਹੀ ਚਾਂਸ ਜਿਹੜਾ ਦਿੱਤਾ ਜਾਂਦਾ ਹੈ, ਠੀਕ ਹੈ। ਅਤੇ ਨੈਕਸਟ ਲੌਂਗ ਜੰਪ ਹੁੰਦਾ ਹੈ, ਜਿਹੜਾ ਇਸ ਵਿੱਚ 3.80 ਮੀਟਰ ਦਾ ਹੁੰਦਾ ਹੈ, ਜਿਸ ਵਿੱਚ ਕਿ 3 ਚਾਂਸ ਦਿੱਤੇ ਜਾਂਦੇ ਹਨ। ਅਤੇ ਹਾਈ ਜੰਪ ਹੁੰਦਾ ਜਿਹੜਾ ਉਹ 1.15 ਮੀਟਰ ਦਾ ਹੁੰਦਾ ਹੈ, ਜਿਸ ਵਿੱਚ ਕਿ 3 ਚਾਂਸ ਦਿੱਤੇ ਜਾਂਦੇ ਹਨ, ਠੀਕ ਹੈ। ਐਕਸ ਸਰਵਿਸਮੈਨ ਦੇ ਲਈ 400 ਮੀਟਰ ਦੀ ਰੇਸ ਹੁੰਦੀ ਹੈ 9 ਮਿੰਟ ਵਿੱਚ, ਅਤੇ ਉਹਨਾਂ ਦੇ ਲਈ 10 ਸਿਟਅਪਸ ਹੁੰਦੇ ਹਨ ਜੋ ਕਿ 2 ਮਿੰਟ ਵਿੱਚ ਉਹਨਾਂ ਨੇ ਕਰਨੇ ਹੁੰਦੇ ਹਨ, ਠੀਕ ਹੈ। ਅੱਗੇ ਗੱਲ ਕਰਦੇ ਹਾਂ ਫੀਮੇਲ ਕੈਂਡੀਡੇਟਸ ਦੇ ਲਈ। ਫੀਮੇਲ ਕੈਂਡੀਡੇਟਸ ਦੇ ਲਈ ਚਾਹੇ ਕਾਂਸਟੇਬਲ ਹੋਵੇ, ਚਾਹੇ ਸਬ ਇੰਸਪੈਕਟਰ ਹੋਵੇ, ਇਹ ਸਿਰਫ ਤੇ ਸਿਰਫ ਹੈ ਡਿਸਟ੍ਰਿਕਟ ਕੈਡਰ ਅਤੇ ਆਰਮਡ ਵਗੈਰਾ ਲਈ, ਠੀਕ ਹੈ। ਇੰਟੈਲੀਜੈਂਸ ਲਈ ਵੱਖਰਾ ਹੈ। ਇਸ ਦੇ ਵਿੱਚ ਹੋਵੇਗਾ ਜਿਹੜਾ 800 ਮੀਟਰ ਦੀ ਰੇਸ 4 ਮਿੰਟ 30 ਸੈਕਿੰਡ ਵਿੱਚ ਪੂਰੀ ਕਰਨੀ ਹੁੰਦੀ ਹੈ ਫੀਮੇਲਸ ਦੇ ਲਈ, ਠੀਕ ਹੈ। ਲੌਂਗ ਜੰਪ ਹੋਵੇਗਾ 3.25 ਮੀਟਰ, ਜਿਸ ਦੇ ਕਿ 3 ਚਾਂਸ ਦਿੱਤੇ ਜਾਂਦੇ ਹਨ। ਹਾਈ ਜੰਪ ਹੋਵੇਗਾ ਇਸ ਵਿੱਚ 1 ਮੀਟਰ ਦਾ, ਜਿਸ ਦੇ ਲਈ ਕਿ 3 ਚਾਂਸ ਮਿਲਣਗੇ। ਹੁਣ ਦੇਖੋ, ਹੁਣ ਆਪਣੇ ਕੋਲ ਇਹ ਇੰਟੈਲੀਜੈਂਸ ਦਾ 2016 ਵਾਲਾ ਨੋਟੀਫਿਕੇਸ਼ਨ ਹੈ, ਠੀਕ ਹੈ। ਇਸ ਵਿੱਚ ਆਪਾਂ ਨੂੰ ਇੰਟੈਲੀਜੈਂਸ ਦੇ ਸਬ ਇੰਸਪੈਕਟਰ ਅਤੇ ਕਾਂਸਟੇਬਲ ਦੋਨਾਂ ਦਾ ਹੀ ਕ੍ਰਾਈਟੇਰੀਆ ਜਿਹੜਾ ਉਹ ਕਲੀਅਰ ਹੋ ਜਾਵੇਗਾ, ਕਿਉਂਕਿ ਇੰਟੈਲੀਜੈਂਸ ਦੇ ਸਬ ਇੰਸਪੈਕਟਰ ਅਤੇ ਕਾਂਸਟੇਬਲ ਦੋਨਾਂ ਦਾ ਹੀ ਸੇਮ ਕ੍ਰਾਈਟੇਰੀਆ ਹੁੰਦਾ ਹੈ। ਇਸ ਵਿੱਚ ਉਲਝਿਓ ਨਾ, ਠੀਕ ਹੈ। ਜਿਵੇਂ ਕਿ ਤੁਹਾਨੂੰ ਮੈਂ ਜ਼ਿਲ੍ਹੇ ਅਤੇ ਆਰਮਡ ਫੋਰਸ ਬਾਰੇ ਪਹਿਲਾਂ ਦੱਸ ਚੁੱਕੇ ਹਾਂ, ਹੁਣ ਆਪਾਂ ਗੱਲ ਕਰਦੇ ਹਾਂ ਇੰਟੈਲੀਜੈਂਸ ਦੇ, ਠੀਕ ਹੈ। ਸਭ ਤੋਂ ਪਹਿਲਾਂ ਕੀ ਸਾਰਿਆਂ ਨੂੰ ਡਾਊਟ ਹੁੰਦਾ ਕਿ ਇਸ ਦੀ ਏਜ ਕਿੰਨੀ ਹੋਵੇਗੀ। ਤੁਹਾਨੂੰ ਮੈਂ ਇੱਥੇ ਕਲੀਅਰ ਕਰ ਦੇਵਾਂ ਕਿ ਜਿਹੜੀ ਇੰਟੈਲੀਜੈਂਸ ਦੇ ਸਬ ਇੰਸਪੈਕਟਰ ਅਤੇ ਕਾਂਸਟੇਬਲ ਦੋਹਾਂ ਦੀ ਜਿਹੜੀ ਉਮਰ ਹੋਵੇਗੀ ਉਹ ਤੁਹਾਡੀ 28 ਸਾਲ ਹੀ ਹੋਵੇਗੀ, ਠੀਕ ਹੈ। ਜਨਰਲ ਕੈਟਾਗਰੀ ਦੇ ਲਈ 18 ਤੋਂ 28 ਹੀ ਹੋਵੇਗੀ। ਹਲੇ ਇਸ ਵਿੱਚ ਹੋਰ ਕੋਈ ਸੋਧ ਨਹੀਂ ਹੋਈ। ਜੇਕਰ ਕੋਈ ਸੋਧ ਹੁੰਦੀ ਹੈ ਤਾਂ ਤੁਹਾਨੂੰ ਦੱਸ ਦਿੱਤਾ ਜਾਊਗਾ, ਪਰੰਤੂ ਇਸ ਵਿੱਚ ਜਿਹੜੀ ਤੁਹਾਡੀ ਜਿਹੜੀ ਜਨਰਲ ਕੈਟਾਗਰੀ ਲਈ ਹੈ ਉਹ 18 ਤੋਂ 28 ਸਾਲ ਹੋਵੇਗੀ, ਠੀਕ ਹੈ। ਅੱਗੇ ਗੱਲ ਕਰਦੇ ਹਾਂ SCBC ਲਈ। ਉਹ ਵੀ ਬਹੁਤ ਬਾਰ-ਬਾਰ ਪੁੱਛਦੇ ਹਨ। SCBC ਲਈ ਜਿਹੜੀ ਉਹਨਾਂ ਨੂੰ 5 ਸਾਲ ਦੀ ਜਿਹੜੀ ਐਕਸਟੈਂਡ ਹੈ ਉਹ ਇਸ ਵਿੱਚ ਦਿੱਤੀ ਜਾਊਗੀ। ਤੁਸੀਂ ਮੰਨ ਕੇ ਚੱਲੋ ਕਿ ਤੁਹਾਡੀ 33 ਹੋਵੇਗੀ, ਠੀਕ ਹੈ। ਐਕਸ ਸਰਵਿਸਮੈਨ ਦੇ ਲਈ ਹੈ, ਉਹਨਾਂ ਨੂੰ ਜਦੋਂ ਵੀ ਉਹ ਪੁਰਾਣੀ ਜੋਬ ਜਿਹੜੀ ਉਹਨਾਂ ਦੀ ਫੌਜ ਦੀ ਨੌਕਰੀ ਛੱਡਦੇ ਹਨ ਤਾਂ ਉਹਨਾਂ ਤੋਂ ਅਗਲੇ ਆਉਣ ਵਾਲੇ 3 ਸਾਲ ਤੱਕ ਉਹ ਜਿਹੜੀ ਉਹ ਨੌਕਰੀ ਹੈ ਇਹ ਦੇਖ ਸਕਦੇ ਹਾਂ, ਠੀਕ ਹੈ, ਇੰਟੈਲੀਜੈਂਸ ਵਾਲੀ, ਠੀਕ ਹੈ। ਕਲੀਅਰ ਹੋ ਗਿਆ ਇੱਥੇ ਆਪਾਂ ਨੂੰ ਏਜ ਦਾ ਸਾਰਿਆਂ ਨੂੰ ਡਾਊਟ ਰਹਿੰਦਾ ਸੀ। ਅੱਗੇ ਗੱਲ ਕਰਦੇ ਹਾਂ ਐਜੂਕੇਸ਼ਨ ਕੁਆਲੀਫਿਕੇਸ਼ਨ। ਹੁਣ ਧਿਆਨ ਨਾਲ ਸੁਣ ਲਿਓ। ਜਿਵੇਂ ਡਿਸਟ੍ਰਿਕਟ ਵਾਲੇ ਵਿੱਚ ਕਾਂਸਟੇਬਲ ਦੀ ਜਿਹੜੀ ਐਜੂਕੇਸ਼ਨ ਸੀ ਉਹ +2 ਹੁੰਦੀ ਸੀ, ਪਰੰਤੂ ਇੰਟੈਲੀਜੈਂਸ ਵਿੱਚ ਜਿਹੜੀ ਕਾਂਸਟੇਬਲ ਦੀ ਵੀ ਕੁਆਲੀਫਿਕੇਸ਼ਨ ਹੈ ਉਹ ਗ੍ਰੈਜੂਏਸ਼ਨ ਹੀ ਹੋਵੇਗੀ
ਅਤੇ ਸਬ ਇੰਸਪੈਕਟਰ ਦੀ ਵੀ ਕੁਆਲੀਫਿਕੇਸ਼ਨ ਹੈ ਜਿਹੜੀ ਉਹ ਗ੍ਰੈਜੂਏਸ਼ਨ ਹੋਵੇਗੀ। ਠੀਕ ਹੈ, ਦੋਹਾਂ ਦੀ ਕੁਆਲੀਫਿਕੇਸ਼ਨ ਹੈ ਜਿਹੜੀ ਉਹ ਸ਼ੁੱਡ ਬੀ ਅ ਗ੍ਰੈਜੂਏਟ ਫਰੋਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ। ਮਤਲਬ ਦੋਹਾਂ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਗ੍ਰੈਜੂਏਸ਼ਨ ਹੀ ਹੋਵੇਗੀ ਮਿਨੀਮਮ, ਚਾਹੇ ਕਾਂਸਟੇਬਲ ਭਰਤੀ ਹੋਣਾ ਹੋਵੇ ਚਾਹੇ ਸਬ ਇੰਸਪੈਕਟਰ। ਇਹ ਕਿਸ ਵਿੱਚ ਹੈ? ਇੰਟੈਲੀਜੈਂਸ ਵਿੱਚ। ਇਸ ਤੋਂ ਇਲਾਵਾ ਹੋਰ ਕੀ ਇਹਨਾਂ ਨੇ ਮੰਗਿਆ ਹੈ ਬਹੁਤ ਜ਼ਰੂਰੀ, ਇੱਕ ਨਾਲ O ਲੈਵਲ ਦਾ ਕੋਈ ਵੀ ਕੰਪਿਊਟਰ ਸਰਟੀਫਿਕੇਟ ਮੰਗਦੇ ਆ ਵੀ ਇਕੱਲੀ ਗ੍ਰੈਜੂਏਸ਼ਨ ਨਹੀਂ ਹੋਵੇਗੀ, ਇਸ ਵਿੱਚ ਨਾਲ O ਲੈਵਲ ਦਾ ਕੰਪਿਊਟਰ ਸਰਟੀਫਿਕੇਟ ਵੀ ਜ਼ਰੂਰੀ ਹੋਵੇਗਾ। ਭਾਵ ਕਿ ਜਿਹੜੇ BCA ਵਾਲੇ ਜ਼ਿਆਦਾ ਬੱਚੇ ਜਾਂ ਜਿਹਨਾਂ ਨੇ PGDCA ਕੀਤੀ ਹੁੰਦੀ ਹੈ ਉੱਥੇ ਇਹਨਾਂ ਨੂੰ ਬੈਨੀਫਿਟ ਇਸ ਵਿੱਚ ਮਿਲ ਜਾਂਦਾ ਹੈ। ਠੀਕ ਹੈ, ਇਸ ਵਿੱਚ ਕੰਪਿਊਟਰ ਤੁਹਾਡਾ ਨਾਲ ਜ਼ਰੂਰੀ ਹੈ ਗ੍ਰੈਜੂਏਸ਼ਨ ਦੇ ਨਾਲ। ਠੀਕ ਹੈ, ਹੋ ਗਈ ਐਜੂਕੇਸ਼ਨ ਦੀ ਆਪਾਂ ਨੂੰ ਕਲੀਅਰ, ਇਸ ਵਿੱਚ ਡਾਊਟ ਤਾਂ ਨਹੀਂ ਕੋਈ। ਹੁਣ ਅੱਗੇ ਗੱਲ ਕਰਦੇ ਹਾਂ ਇੰਟੈਲੀਜੈਂਸ ਵਿੱਚ ਜਿਹੜੀ ਮੇਲ ਅਤੇ ਫੀਮੇਲ ਦੋਹਾਂ ਦੀ ਹਾਈਟ ਕਿੰਨੀ ਹੁੰਦੀ ਹੈ। ਠੀਕ ਹੈ, ਮੇਲ ਦੇ ਲਈ ਜਿਹੜੇ ਇੰਟੈਲੀਜੈਂਸ ਵਿੱਚ 5 ਫੁੱਟ 5 ਇੰਚ, ਚਾਹੇ ਸਬ ਇੰਸਪੈਕਟਰ ਹੋਵੇ ਚਾਹੇ ਹੋਵੇ ਕਾਂਸਟੇਬਲ, ਦੋਹਾਂ ਲਈ ਜਿਹੜੀ ਮਿਨੀਮਮ ਹਾਈਟ ਆ ਉਹ 5 ਫੁੱਟ 5 ਇੰਚ ਹੈ। ਠੀਕ ਹੈ, ਯਾਦ ਰੱਖਿਓ ਇਸ ਨੂੰ, ਚਾਹੇ ਸਬ ਇੰਸਪੈਕਟਰ ਚਾਹੇ ਕਾਂਸਟੇਬਲ, ਕਿਸ ਵਿੰਗ ਵਿੱਚ? ਇੰਟੈਲੀਜੈਂਸ ਵਿੰਗ ਵਿੱਚ। ਠੀਕ ਹੈ, ਅਤੇ ਫੀਮੇਲ ਦੇ ਲਈ ਜਿਹੜੀ ਹਾਈਟ ਆ ਉਹ 5 ਫੁੱਟ 1 ਇੰਚ ਹੋਵੇਗੀ, ਚਾਹੇ ਸਬ ਇੰਸਪੈਕਟਰ ਹੋਵੇ ਅਤੇ ਚਾਹੇ ਹੋਵੇ ਕਾਂਸਟੇਬਲ। ਦੋਨਾਂ ਫੀਮੇਲਸ ਜਿਹੜੀ ਹਾਈਟ ਆ ਉਹ ਮਿਨੀਮਮ 5 ਫੁੱਟ 1 ਇੰਚ ਜਿਹੜੀ ਇੱਥੇ ਰੱਖੀ ਜਾਂਦੀ ਹੈ। ਠੀਕ ਹੈ, ਇਸ ਦਾ ਜਿਹੜਾ ਕ੍ਰਾਈਟੇਰੀਆ ਉਹ ਡਿਸਟ੍ਰਿਕਟ ਵਾਲੇ ਨਾਲੋਂ ਵੱਖਰਾ ਹੁੰਦਾ, ਤਾਂ ਕਰਕੇ ਮੈਂ ਤੁਹਾਨੂੰ ਕਲੀਅਰਲੀ ਸਮਝਾ ਰਿਹਾ, ਨਹੀਂ ਫਿਰ ਬੱਚੇ ਵਾਰ-ਵਾਰ ਕਮੈਂਟ ਕਰਕੇ ਪੁੱਛੀ ਇਹਨਾਂ ਨੂੰ ਡਾਊਟ ਪੈ ਜਾਂਦਾ। ਹੁਣ ਦੇਖੋ ਇਸ ਵਿੱਚ ਜਿਹੜਾ ਫਿਜ਼ੀਕਲ ਹੁੰਦਾ ਹੈ, ਫਿਜ਼ੀਕਲ ਵਿੱਚ ਇਸ ਵਿੱਚ ਦੋਹਾਂ ਲਈ ਹੀ ਹੈ ਇਹ ਸੇਮ, ਇੰਟੈਲੀਜੈਂਸ ਦੇ ਸਬ ਇੰਸਪੈਕਟਰ ਲਈ ਵੀ ਅਤੇ ਇੰਟੈਲੀਜੈਂਸ ਦੇ ਕਾਂਸਟੇਬਲ ਲਈ ਵੀ। ਜਿਹੜਾ ਫਿਜ਼ੀਕਲ ਹੁੰਦਾ ਉਸ ਵਿੱਚ 800 ਮੀਟਰ ਦੀ ਜਿਹੜੀ ਰੇਸ ਹੋਵੇਗੀ। ਠੀਕ ਹੈ, 4 ਮਿੰਟ ਜਿਹੜੇ ਦਿੱਤੇ ਜਾਂਦੇ ਹੈ, ਸਿਰਫ ਇੱਕ ਚਾਂਸ। ਇਹ ਕਿਸ ਦੇ ਲਈ ਦੱਸ ਰਿਹਾ? ਮੇਲ ਕੈਂਡੀਡੇਟਸ ਦੇ ਲਈ। ਮੇਲ ਕੈਂਡੀਡੇਟਸ ਨੂੰ 800 ਮੀਟਰ ਦੀ ਰੇਸ ਹੁੰਦੀ ਹੈ, 4 ਮਿੰਟ ਵਿੱਚ ਸਿਰਫ ਇੱਕ ਚਾਂਸ ਦਿੱਤਾ ਜਾਂਦਾ ਹੈ। ਠੀਕ ਹੈ, ਲੌਂਗ ਜੰਪ ਹੁੰਦਾ ਹੈ ਮੇਲ ਕੈਂਡੀਡੇਟ ਦਾ 9 ਫਿਟ, ਜਿਸ ਨੂੰ ਕਿ 3 ਚਾਂਸ ਦਿੱਤੇ ਜਾਂਦੇ ਹਨ, ਅਤੇ ਹਾਈ ਜੰਪ ਹੁੰਦਾ ਹੈ, ਇਹ ਹੁੰਦਾ 3 ਫਿਟ ਦਾ, ਜਿਸ ਨੂੰ ਕਿ 3 ਚਾਂਸ ਦਿੱਤੇ ਜਾਂਦੇ ਨੇ। ਕਲੀਅਰ, ਇਸ ਨੂੰ ਸਕਰੀਨਸ਼ਾਟ ਲੈ ਲਿਓ, ਇਹ ਬਿਲਕੁਲ ਸਹੀ ਅਤੇ ਸਟਿਕ ਜਾਣਕਾਰੀ ਹੈ। ਹੁਣ ਅੱਗੇ ਗੱਲ ਕਰਦੇ ਹਾਂ ਫੀਮੇਲ ਦੀ ਇੰਟੈਲੀਜੈਂਸ ਦੇ, ਚਾਹੇ ਸਬ ਇੰਸਪੈਕਟਰ ਹੋਵੇ ਚਾਹੇ ਹੋਵੇ ਕਾਂਸਟੇਬਲ। ਇੰਟੈਲੀਜੈਂਸ ਵਿੱਚ ਭਰਤੀ ਹੋਣ ਲਈ ਫੀਮੇਲ ਨੂੰ 400 ਮੀਟਰ ਦੀ ਰੇਸ ਹੈ ਜਿਹੜੀ ਉਹ 2 ਮਿੰਟ ਵਿੱਚ ਪਾਰ ਕਰਨੀ ਹੁੰਦੀ ਹੈ। ਇਸ ਦੇ ਲਈ ਸਿਰਫ ਅਤੇ ਸਿਰਫ ਉਸਨੂੰ ਇੱਕ ਚਾਂਸ ਦਿੱਤਾ ਜਾਂਦਾ ਹੈ। ਅਤੇ ਲੌਂਗ ਜੰਪ ਹੈ ਜਿਹੜਾ ਫੀਮੇਲ ਦਾ ਉਹ ਹੁੰਦਾ ਹੈ 6 ਫੁੱਟ ਦਾ, ਅਤੇ ਹਾਈ ਜੰਪ ਹੁੰਦਾ ਜਿਹੜਾ ਫੀਮੇਲ ਦਾ ਉਹ ਹੁੰਦਾ ਹੈ ਤੁਹਾਡਾ 2.5 ਫੁੱਟ ਦਾ ਹੁੰਦਾ ਹੈ। ਠੀਕ ਹੈ, ਇਸ ਵਿੱਚ ਵੀ 3-3 ਚਾਂਸ ਜਿਹੜੇ ਉਹਨਾਂ ਨੂੰ ਦਿੱਤੇ ਜਾਂਦੇ ਹਨ। ਅਤੇ ਬਾਕੀ ਅੱਗੇ ਐਕਸ ਸਰਵਿਸਮੈਨ ਹੈ ਜਿਹੜੇ, ਉਹਨਾਂ ਲਈ ਜਿਹੜੀ ਸਿਰਫ 800 ਮੀਟਰ ਦੀ ਰਨਿੰਗ ਹੁੰਦੀ ਹੈ। ਠੀਕ ਹੈ, ਹੁਣ ਲਾਸਟ ਵਿੱਚ ਆਪਣੇ ਕੋਲ ਜਿਹੜਾ ਅੱਗੇ IT ਐਂਡ ਟੀ ਵਿੰਗ ਵਾਇਰਲੈਸ ਆਪਰੇਟਰ, ਲਾਸਟ ਟਾਈਮ ਜਿਹੜੀ ਇਸ ਵਿੱਚ ਭਰਤੀ ਹੋਈ ਸੀ ਕਾਂਸਟੇਬਲਾਂ ਦੀ, ਉਸ ਦੇ ਲਈ +2 ਸਾਇੰਸ ਨਾਲ ਮੰਗੀ ਗਈ ਸੀ, ਅਤੇ ਗ੍ਰੈਜੂਏਸ਼ਨ ਜਿਹੜੀ ਕਿ ਸਬ ਇੰਸਪੈਕਟਰ ਦੇ ਲਈ ਮੰਗੀ ਗਈ ਸੀ। ਠੀਕ ਹੈ, ਉਮਰ ਇਸ ਵਿੱਚ ਵੀ ਸੇਮ ਹੀ ਸੀ, 18 ਤੋਂ 28 ਸਾਲ। ਅਤੇ ਅਗਲਾ ਹੈ ਬਿਊਰੋ ਆਫ ਇਨਵੈਸਟੀਗੇਸ਼ਨ, ਜਿਹੜੀ ਕਿ ਪਹਿਲੀ ਵਾਰ ਭਰਤੀ ਹੋਣੀ ਹੈ। ਇਸ ਦੇ ਲਈ ਵੀ ਉਮਰ ਤਾਂ 18 ਤੋਂ 28 ਸਾਲ ਹੀ ਹੋਵੇਗੀ, ਪਰੰਤੂ ਇਸ ਦੇ ਲਈ ਜਿਹੜੀ ਕਾਂਸਟੇਬਲ ਦੀ ਵੀ ਗ੍ਰੈਜੂਏਸ਼ਨ ਹੈ ਜਿਹੜੀ ਉਹ ਮੰਗੀ ਜਾ ਸਕਦੀ ਹੈ। ਸਬ ਇੰਸਪੈਕਟਰ ਦੇ ਲਈ ਤਾਂ ਇਸ ਵਿੱਚ ਵੀ ਗ੍ਰੈਜੂਏਸ਼ਨ ਹੀ ਹੋਵੇਗੀ, ਪਰੰਤੂ ਕਾਂਸਟੇਬਲ ਦੇ ਲਈ ਵੀ ਇਸ ਵਿੱਚ ਜਿਹੜੀ ਗ੍ਰੈਜੂਏਸ਼ਨ ਹੀ ਸੰਭਾਵਨਾ ਹੈ। ਬਾਕੀ ਆਫੀਸ਼ੀਅਲ ਨੋਟੀਫਿਕੇਸ਼ਨ ਆਉਣ 'ਤੇ ਇਸ ਦਾ ਕਲੀਅਰ ਹੋ ਜਾਵੇਗਾ। ਅਤੇ ਲਾਸਟ ਵਿੱਚ ਜੋ ਸਾਈਬਰ ਕ੍ਰਾਈਮ IT ਦੀ ਭਰਤੀ ਹੋਣੀ ਹੈ, ਇਸ ਵਿੱਚ ਸਾਰੇ ਹੀ ਕੰਪਿਊਟਰ ਸਟਰੀਮ ਵਿੱਚ ਜਿਹੜੇ ਗ੍ਰੈਜੂਏਸ਼ਨ ਹੋਣਗੇ ਉਹਨਾਂ ਲਈ ਜਿਹੜੀ ਇਹ ਯੋਗਤਾ ਹੋਵੇਗੀ। ਕੰਪਿਊਟਰ ਸਟਰੀਮ ਵਾਲੇ ਗ੍ਰੈਜੂਏਸ਼ਨ ਹੀ ਇਸ ਨੂੰ ਅਪਲਾਈ ਕਰ ਸਕਣਗੇ। ਠੀਕ ਹੈ, ਹੁਣ ਸਾਰੇ ਇਹਨਾਂ ਵਿੰਗਾਂ ਵਿੱਚ ਭਰਤੀ ਹੋਣ 'ਤੇ ਤੁਹਾਨੂੰ ਕਿੱਥੇ ਰਹਿ ਕੇ ਕਿਵੇਂ ਡਿਊਟੀ ਕਰਨੀ ਪੈ ਸਕਦੀ ਹੈ, ਉਹ ਤੁਹਾਨੂੰ ਡਿਟੇਲ ਵਿੱਚ ਆਪਣੀ ਪੜ੍ਹਾਈ ਅਤੇ ਤਿਆਰੀ ਜਾਰੀ ਰੱਖੋ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ PAP ਦੀ। PAP ਦੀ ਫੁੱਲ ਫਾਰਮ ਹੈ ਪੰਜਾਬ ਆਰਮਡ ਪੁਲਿਸ। ਇਸ ਦੀਆਂ ਕਈ ਵੱਖ-ਵੱਖ ਬਟਾਲੀਅਨਾਂ ਹਨ ਅਤੇ ਇਸ ਦਾ ਹੈੱਡਕੁਆਟਰ ਹੈ ਜਿਹੜਾ ਉਹ ਜਲੰਧਰ ਵਿਖੇ ਹੈ। ਅਤੇ PAP ਨੂੰ ਅੱਗੇ ਬਟਾਲੀਅਨਾਂ ਵਿੱਚ ਡਿਵਾਈਡ ਕੀਤਾ ਹੋਇਆ ਹੈ। ਇਸ ਦੀਆਂ ਕੁਝ ਬਟਾਲੀਅਨਾਂ ਦੇ ਨਾਮ ਜਿਵੇਂ ਕਿ 36 ਬਟਾਲੀਅਨ, 82 ਬਟਾਲੀਅਨ ਜੋ ਕਿ ਚੰਡੀਗੜ੍ਹ ਵਿਖੇ ਹੈ। ਅਤੇ ਇਹਨਾਂ ਬਟਾਲੀਅਨਾਂ ਵਿੱਚ ਜਿੰਨੀਆਂ ਫੋਰਸਾਂ ਵੰਡੀਆਂ ਹੋਈਆਂ ਹਨ, ਜਿਨ੍ਹਾਂ ਸ਼ਹਿਰਾਂ ਵਿੱਚ ਇਹ ਬਟਾਲੀਅਨ ਹਨ, ਉੱਥੇ ਹੀ ਫੋਰਸ ਰਹਿ ਕੇ ਆਪਣਾ ਕੰਮਕਾਰ ਕਰਦੀ ਹੈ। PAP ਵਿੱਚ ਜੋ ਵੀ ਕਾਂਸਟੇਬਲ ਭਰਤੀ ਹੁੰਦੇ ਹਨ, ਉਹਨਾਂ ਦੀ ਪਛਾਣ ਇਹੀ ਹੈ ਕਿ ਉਹਨਾਂ ਦੇ ਸਿਰ 'ਤੇ ਖਾਕੀ ਪੱਗ ਹੋਵੇਗੀ, ਲਾਲ ਝਾਲਰ ਵਾਲੀ ਪੱਗ ਨਹੀਂ ਹੋਵੇਗੀ। ਜਦੋਂ ਵੀ ਕੋਈ ਕਾਂਸਟੇਬਲ PAP ਵਿੱਚ ਭਰਤੀ ਹੁੰਦਾ ਹੈ ਤਾਂ ਉਸ ਨੂੰ ਉਸ ਦੀਆਂ ਬਟਾਲੀਅਨਾਂ ਵਿੱਚੋਂ ਕਿਸੇ ਇੱਕ ਬਟਾਲੀਅਨ ਦਾ ਨੰਬਰ ਦੇ ਦਿੱਤਾ ਜਾਂਦਾ ਹੈ, ਜਿਸ ਨੂੰ ਕਿ ਰੈਜੀਮੈਂਟਲ ਨੰਬਰ ਜਾਂ ਬੈਲਟ ਨੰਬਰ ਕਹਿ ਦਿੱਤਾ ਜਾਂਦਾ ਹੈ। ਅਤੇ ਫਿਰ ਉਸ ਨਵੇਂ ਭਰਤੀ ਕਰਮਚਾਰੀ ਨੂੰ ਜਿਸ ਸ਼ਹਿਰ ਵਿੱਚ ਉਹ ਬਟਾਲੀਅਨ ਹੈ ਉੱਥੇ ਹੀ ਰਹਿ ਕੇ ਆਪਣੀ ਡਿਊਟੀ ਕਰਨੀ ਹੁੰਦੀ ਹੈ। ਗੱਲ ਕਰਦੇ ਹਾਂ PAP ਦੀਆਂ ਡਿਊਟੀਆਂ ਦੀਆਂ। PAP ਦੇ ਕਰਮਚਾਰੀਆਂ ਨੂੰ ਜਿੱਥੇ ਵੀ ਕੋਈ ਰੈਲੀ ਮੁਜ਼ਾਹਰੇ ਵਗੈਰਾ ਹੁੰਦੇ ਹੋਣ, ਉੱਥੇ ਇਹਨਾਂ ਦੀ ਡਿਊਟੀ ਸਪੈਸ਼ਲ ਤੌਰ 'ਤੇ ਲਗਾਈ ਜਾਂਦੀ ਹੈ। ਕਿਸੇ ਵੀ ਅਣਸੁਖਾਵੀ ਘਟਨਾ ਜਾਂ ਅਣਸੁਖਾਵੇਂ ਹਾਲਾਤਾਂ ਨਾਲ ਵਾਪਰਨ ਲਈ ਸਰਕਾਰ ਕੋਲ ਇੱਕ ਰਿਜ਼ਰਵ ਫੋਰਸ ਹੁੰਦੀ ਹੈ, ਜਿਸ ਨੂੰ ਕਿ ਸਰਕਾਰ ਲੋੜ ਪੈਣ ਉੱਤੇ ਲਾਅ ਐਂਡ ਆਰਡਰ ਡਿਊਟੀਆਂ ਲਈ ਵਰਤ ਲੈਂਦੀ ਹੈ। PAP ਦੀ ਡਿਊਟੀ ਜਿਹੜੀ ਉਹ ਡਾਇਰੈਕਟ ਥਾਣੇ ਚੌਂਕਿਆਂ ਵਿੱਚ ਨਹੀਂ ਲੱਗਦੀ, ਇਹ ਇੱਕ ਤਰ੍ਹਾਂ ਨਾਲ ਰਿਜ਼ਰਵ ਫੋਰਸ ਹੁੰਦੀ ਹੈ। PAP ਦੀ ਕਰਮਚਾਰੀਆਂ ਦੀ ਡਿਊਟੀਆਂ ਮੰਤਰੀਆਂ ਅਤੇ ਸੀਨੀਅਰ ਆਫੀਸਰਾਂ ਦੇ ਲਈ ਐਜ਼ ਅ ਸਿਕਿਉਰਿਟੀ ਪਰਸਨ ਦੇ ਤੌਰ 'ਤੇ ਵੀ ਲਗਾਈਆਂ ਜਾਂਦੀਆਂ ਹਨ। ਕਈ ਕਰਮਚਾਰੀਆਂ ਦੀ ਮੰਤਰੀਆਂ ਅਤੇ ਸੀਨੀਅਰ ਆਫੀਸਰਾਂ ਨਾਲ ਪੱਕੇ ਤੌਰ 'ਤੇ ਸਿਕਿਉਰਿਟੀ ਵਜੋਂ ਡਿਊਟੀ ਲੱਗ ਜਾਂਦੀ ਹੈ।
ਇਸ ਤੋਂ ਇਲਾਵਾ ਪੀਏਪੀ ਦੇ ਕਰਮਚਾਰੀ ਹੋਰ ਵਿੰਗਾਂ ਜਿਵੇਂ ਇੰਟੈਲੀਜੈਂਸ, ਇਨਵੈਸਟੀਗੇਸ਼ਨ ਵਿੰਗ, ਐਸਟੀਐਫ ਵਗੈਰਾ ਵਿੱਚ ਡੈਪੂਟੇਸ਼ਨ ਜਾਂ ਅਟੈਚਮੈਂਟ ਤੌਰ 'ਤੇ ਵੀ ਡਿਊਟੀਆਂ ਕਰ ਸਕਦੇ ਹਨ। ਅੱਗੇ ਗੱਲ ਕਰਦੇ ਹਾਂ ਜ਼ਿਲ੍ਹਾ ਪੁਲਿਸ ਦੀ। ਜ਼ਿਲ੍ਹਾ ਪੁਲਿਸ ਹਰੇਕ ਜ਼ਿਲ੍ਹੇ ਦੀ ਆਪਣੀ ਆਪਣੀ ਫੋਰਸ ਹੁੰਦੀ ਹੈ, ਜਿਸ ਦੀ ਕਮਾਂਡ ਕਿ ਜ਼ਿਲ੍ਹੇ ਦੇ ਐਸਐਸਪੀ ਦੇ ਹੱਥ ਹੁੰਦੀ ਹੈ ਅਤੇ ਸਾਰੀ ਜ਼ਿਲ੍ਹਾ ਪੁਲਿਸਾਂ ਦਾ ਮੁੱਖ ਹੈੱਡਕੁਆਟਰ ਪੰਜਾਬ ਪੁਲਿਸ ਹੈੱਡਕੁਆਟਰ 9 ਸੈਕਟਰ ਚੰਡੀਗੜ੍ਹ ਵਿਖੇ ਹੈ। ਜਦੋਂ ਵੀ ਕੋਈ ਕਰਮਚਾਰੀ ਜ਼ਿਲ੍ਹਾ ਪੁਲਿਸ ਵਿੱਚ ਭਰਤੀ ਹੁੰਦਾ ਹੈ ਤਾਂ ਉਸ ਨੂੰ ਡਾਇਰੈਕਟ ਕਿਸੇ ਜ਼ਿਲ੍ਹੇ ਦਾ ਨੰਬਰ ਦੇ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਕਿ ਉਸਨੇ ਉਸ ਜ਼ਿਲ੍ਹੇ ਵਿੱਚ ਹੀ ਜ਼ਿਲ੍ਹਾ ਪੁਲਿਸ ਦੇ ਕਰਮਚਾਰੀਆਂ ਦੀ ਇੱਕ ਜ਼ਿਲ੍ਹੇ ਵਿੱਚ ਜਿੱਥੇ ਵੀ ਪੁਲਿਸ ਦੀਆਂ ਡਿਊਟੀਆਂ ਲੱਗਦੀਆਂ ਹਨ ਉਹਨਾਂ ਵਿੱਚੋਂ ਕਿਤੇ ਵੀ ਲਗਾਈ ਜਾ ਸਕਦੀ ਹੈ। ਜ਼ਿਲ੍ਹਾ ਪੁਲਿਸ ਦੇ ਕਰਮਚਾਰੀਆਂ ਦੀ ਪਬਲਿਕ ਨਾਲ ਸਿੱਧੇ ਤੌਰ 'ਤੇ ਡੀਲਿੰਗ ਹੁੰਦੀ ਹੈ। ਜ਼ਿਲ੍ਹਾ ਪੁਲਿਸ ਦੇ ਸਿਪਾਹੀਆਂ ਦੀ ਪਛਾਣ ਤੁਸੀਂ ਉਹਨਾਂ ਦੀ ਲਾਲ ਝਾਲਰ ਵਾਲੀ ਪੱਗ ਤੋਂ ਲਗਾ ਸਕਦੇ ਹੋ। ਗੱਲ ਕਰੀਏ ਜ਼ਿਲ੍ਹਾ ਪੁਲਿਸ ਦੀ ਡਿਊਟੀਆਂ ਦੀ ਤਾਂ ਇਹਨਾਂ ਦੀ ਮੇਨ ਡਿਊਟੀ ਥਾਣਿਆਂ ਅਤੇ ਚੌਂਕੀਆਂ ਵਿੱਚ ਰਹਿ ਕੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੁੰਦਾ ਹੈ ਅਤੇ ਥਾਣਿਆਂ ਅਤੇ ਚੌਂਕੀਆਂ ਦੇ ਅਧੀਨ ਪੈਂਦੇ ਏਰੀਆ ਵਿੱਚ ਕ੍ਰਾਈਮ ਨੂੰ ਘਟਾਉਣਾ ਹੁੰਦਾ ਹੈ ਅਤੇ ਜੋ ਉਸ ਏਰੀਆ ਵਿੱਚ ਕ੍ਰਾਈਮ ਹੋਇਆ ਹੁੰਦਾ ਹੈ ਉਸ ਦੀ ਨਿਰਪੱਖ ਜਾਂਚ ਕਰਨੀ ਹੁੰਦੀ ਹੈ ਅਤੇ ਜ਼ਿਲ੍ਹਾ ਪੁਲਿਸ ਵਿੱਚੋਂ ਹੀ ਕੁਝ ਕਰਮਚਾਰੀਆਂ ਨੂੰ ਟ੍ਰੈਫਿਕ ਡਿਊਟੀ ਉੱਤੇ ਲਗਾਇਆ ਜਾਂਦਾ ਹੈ, ਜਿਨ੍ਹਾਂ ਦੀ ਕਿ ਵਾਈਟ ਸ਼ਰਟ ਅਤੇ ਨੀਲੀ ਪੱਗ ਹੁੰਦੀ ਹੈ ਅਤੇ ਇਹਨਾਂ ਕਰਮਚਾਰੀਆਂ ਦੀ ਮੁੱਖ ਡਿਊਟੀ ਟ੍ਰੈਫਿਕ ਨੂੰ ਕੰਟਰੋਲ ਕਰਨਾ ਅਤੇ ਟ੍ਰੈਫਿਕ ਨਿਯਮਾਂ ਨੂੰ ਬਣਾਏ ਰੱਖਣਾ ਹੁੰਦਾ ਹੈ। ਇਸ ਤੋਂ ਇਲਾਵਾ ਇੱਕ ਜ਼ਿਲ੍ਹੇ ਦੇ ਅਧੀਨ ਪੈਂਦੇ ਪੂਰੇ ਏਰੀਏ ਵਿੱਚ ਕੋਈ ਵੀ ਅਜਿਹੀ ਡਿਊਟੀ ਜਿਸ ਦਾ ਸੰਬੰਧ ਪੁਲਿਸ ਨਾਲ ਹੋਵੇ, ਪੁਲਿਸ ਕਰਮਚਾਰੀਆਂ ਦੀ ਉਸ ਥਾਂ 'ਤੇ ਕਿਤੇ ਵੀ ਡਿਊਟੀ ਲਗਾਈ ਜਾ ਸਕਦੀ ਹੈ। ਹੁਣ ਇਹ ਤੁਹਾਡੇ 'ਤੇ ਨਿਰਭਰ ਹੈ। ਜੇਕਰ ਤੁਸੀਂ ਇੱਕ ਰਿਜ਼ਰਵ ਫੋਰਸ ਦੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਭਰਤੀ ਵਿੱਚ ਪੀਏਪੀ ਲਈ ਅਪਲਾਈ ਕਰੋ। ਜੇਕਰ ਤੁਸੀਂ ਕਿਸੇ ਜ਼ਿਲ੍ਹੇ ਅੰਦਰ ਥਾਣੇ ਚੌਂਕੀਆਂ ਅੰਦਰ ਰਹਿ ਕੇ ਕ੍ਰਾਈਮ ਨੂੰ ਘੱਟ ਕਰਨ ਲਈ ਅਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਡਿਊਟੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਿਲ੍ਹਾ ਭਰਤੀ ਲਈ ਅਪਲਾਈ ਕਰੋ। ਦੱਸ ਦੇਵਾਂ ਕਿ ਪਹਿਲਾਂ ਜਿਹੜੀਆਂ ਭਰਤੀ ਹੁੰਦੀਆਂ ਸੀ ਉਹ ਹਮੇਸ਼ਾ ਪੀਏਪੀ ਦੀਆਂ ਹੀ ਹੁੰਦੀਆਂ ਸੀ ਅਤੇ ਉਸ ਤੋਂ ਬਾਅਦ ਪੀਏਪੀ ਵਿੱਚ ਕੁਝ ਟਾਈਮ ਡਿਊਟੀ ਕਰਨ ਤੋਂ ਬਾਅਦ ਕਰਮਚਾਰੀਆਂ ਨੂੰ ਜ਼ਿਲ੍ਹਾ ਪੁਲਿਸ ਵਿੱਚ ਤਬਦੀਲ ਕੀਤਾ ਜਾਂਦਾ ਸੀ ਅਤੇ ਜੋ 2010-11 ਵਿੱਚ 2-3 ਭਰਤੀਆਂ ਹੋਈਆਂ ਸੀ ਉਹ ਡਾਇਰੈਕਟ ਜ਼ਿਲ੍ਹਾ ਪੁਲਿਸ ਦੀਆਂ ਹੀ ਹੋਈਆਂ ਸੀ ਅਤੇ ਉਹ ਕਰਮਚਾਰੀ ਸਿੱਧੇ ਜ਼ਿਲ੍ਹਾ ਪੁਲਿਸ ਵਿੱਚ ਭਰਤੀ ਹੋਏ ਸਨ ਅਤੇ ਜੋ 2016 ਵਿੱਚ ਭਰਤੀ ਹੋਈ ਸੀ ਉਹ ਦੋਵੇਂ ਪੀਏਪੀ ਅਤੇ ਜ਼ਿਲ੍ਹਾ ਪੁਲਿਸ ਦੋਨਾਂ ਦੀ ਭਰਤੀ ਸੀ। ਹੁਣ ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ। ਜੇਕਰ ਤੁਸੀਂ ਘੱਟ ਮੁਸ਼ਕਿਲ ਡਿਊਟੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੀਏਪੀ ਲਈ ਅਪਲਾਈ ਕਰ ਸਕਦੇ ਹੋ, ਪਰੰਤੂ ਜੇਕਰ ਤੁਸੀਂ ਆਪਣੇ ਘਰ ਦੇ ਨੇੜੇ ਰਹਿ ਕੇ ਡਿਊਟੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਿਲ੍ਹਾ ਪੁਲਿਸ ਲਈ ਅਪਲਾਈ ਕਰ ਸਕਦੇ ਹੋ, ਪਰੰਤੂ ਜ਼ਿਲ੍ਹਾ ਪੁਲਿਸ ਦੀ ਜਿਹੜੀ ਡਿਊਟੀ ਹੈ ਪੀਏਪੀ ਨਾਲੋਂ ਥੋੜ੍ਹੀ ਟਫ ਹੁੰਦੀ ਹੈ। ਪੰਜਾਬ ਪੁਲਿਸ ਦੇ ਕਈ ਹੋਰ ਅੰਗ ਹਨ ਜਿਵੇਂ ਕਿ ਆਈਆਰਬੀ, ਇਹ ਵੀ ਇੱਕ ਤਰ੍ਹਾਂ ਨਾਲ ਰਿਜ਼ਰਵ ਫੋਰਸ ਹੁੰਦੀ ਹੈ ਅਤੇ ਕਮਾਂਡੋ, ਇਹਨਾਂ ਨੂੰ ਵੀ ਸਪੈਸ਼ਲ ਡਿਊਟੀਆਂ ਜਾਂ ਸਪੈਸ਼ਲ ਕੰਮਾਂ ਲਈ ਵਰਤ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਇੰਟੈਲੀਜੈਂਸ ਵਿੰਗ ਜਿਹੜਾ ਕਿ ਇੱਕ ਬਿਲਕੁਲ ਵੱਖਰਾ ਵਿੰਗ ਹੈ, ਇਹ ਆਪਣੀ ਰਿਕਰੂਟਮੈਂਟ ਖੁਦ ਕਰਦਾ ਹੈ। ਇਸ ਦੇ ਉੱਤੇ ਮੈਂ ਇੱਕ ਪਹਿਲਾਂ ਹੀ ਵੀਡੀਓ ਬਣਾ ਚੁੱਕਿਆ ਹਾਂ ਜਿਹੜੀ ਕਿ ਤੁਸੀਂ ਆਈ ਬਟਨ ਉੱਤੇ ਜਾ ਕੇ ਦੇਖ ਸਕਦੇ ਹੋ। ਇੰਟੈਲੀਜੈਂਸ ਦਾ ਮੁੱਖ ਕੰਮ ਸਾਰੇ ਜ਼ਿਲ੍ਹਿਆਂ ਅਤੇ ਕਸਬਿਆਂ ਵਿੱਚੋਂ ਖੂਫੀਆ ਜਾਣਕਾਰੀ ਇਕੱਠੀ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਇਨਵੈਸਟੀਗੇਸ਼ਨ ਵਿੰਗ ਜਿਸ ਉੱਤੇ ਵੀ ਮੈਂ ਵੀਡੀਓ ਬਣਾ ਚੁੱਕਿਆ ਹਾਂ ਜੋ ਕਿ ਤੁਸੀਂ ਆਈ ਬਟਨ ਉੱਤੇ ਜਾ ਕੇ ਦੇਖ ਸਕਦੇ ਹੋ। ਇਸ ਤੋਂ ਇਲਾਵਾ 3-4 ਸਾਲ ਪਹਿਲਾਂ ਇੱਕ ਨਵਾਂ ਵਿੰਗ ਬਣਿਆ ਸੀ ਜਿਸ ਨੂੰ ਕਿ ਐਸਟੀਐਫ ਕਹਿੰਦੇ ਹਨ, ਸਪੈਸ਼ਲ ਟਾਸਕ ਫੋਰਸ, ਜਿਸ ਦਾ ਕਿ ਮੁੱਖ ਕੰਮ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਹੋਰ ਕਈ ਛੋਟੇ-ਛੋਟੇ ਵਿੰਗ ਹਨ। ਪੰਜਾਬ ਪੁਲਿਸ ਵਿੱਚ ਸਿੱਧੇ ਤੌਰ 'ਤੇ ਭਰਤੀ ਹੋਣ ਤੋਂ ਬਾਅਦ ਤੁਸੀਂ ਇਹਨਾਂ ਵਿੰਗਾਂ ਵਿੱਚ ਕਿਤੇ ਵੀ ਆਪਣੀ ਡਿਊਟੀ ਅਟੈਚਮੈਂਟ ਜਾਂ ਡੈਪੂਟੇਸ਼ਨ ਤੌਰ 'ਤੇ ਲਗਵਾ ਸਕਦੇ ਹੋ। ਉਮੀਦ ਕਰਦਾ ਹਾਂ ਅੱਜ ਦੀ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋਵੇਗੀ। ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਇਸੇ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇਸੇ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਨਾਲ। ਤਦ ਤੱਕ ਲਈ